देश दुनिया च वसते पंजाबियों नूं जी आया। मैं हरजिंदर सिंह रंधावा, तुस देख रहे हो पंजाब टैलीविजन और मेरे नाल ने सरदार नरिंदरपाल सिंह। सरदार साहब, भावें असीं फतविਆਂ ਦੇ दौर च जी रहे हैं लेकिन सच्चाई तो मूँह फेरना भी गुनाहगार होण वांग आ। बिल्कुल, ਜਦੋਂ ਬੇਵਿਸ਼ਵਾਸੀ ਪੈਦਾ ਹੋ ਜਾਵੇ ਉਦੋਂ ਕੁਝ ਨਹੀਂ ਹੋ ਸਕਦਾ। परिस्थितियां दर्शाउंदियां ने कि सरकार ते किसानी आगू दोवें फस गए। ਤੇ ਤੀਸਰਾ ਤੁਸੀਂ ਅੱਜ ਦੀ ਖਬਰ ਸੁਣ ਲਓ। ਹਰਿਆਣੇ ਦੇ ਵਿੱਚ ਜਿੰਨੀਆਂ ਕਿਸਾਨ ਯੂਨੀਅਨਾਂ ਨੇ ਉਹਨਾਂ ਨੇ ਹਰਿਆਣਾ ਸੰਯੁਕਤ ਕਿਸਾਨ ਮੋਰਚਾ ਬਣਾ ਦਿੱਤਾ ਜੀ। ਇਹਦਾ ਮਤਲਬ ਹੈ ਕਿ ਜਦੋਂ ਇੱਕ ਬੰਨੇ ਸਰਕਾਰ ਬਚ ਕੇ ਨਿਕਲਣ ਦਾ ਰਾਹ ਰੱਬ ਲਈ ਕਿ ਸਾਨੂੰ ਥੋੜਾ ਜਿਹਾ ਸਨਮਾਨ ਦੇ ਦਿਓ, ਇੱਜ਼ਤ ਮਾਣ ਨਾਲ ਨਿਕਲਣ ਦਿਓ, ਤੇ ਦੂਜੇ ਬੰਨੇ ਕਿਸਾਨ ਆਗੂਆਂ ਦੇ ਉੱਤੇ ਲੋਕ ਮਨਾਂ ਦਾ ਏਡਾ ਭਾਰੀ ਦਬਾਅ ਹੈ, ਉਹਨਾਂ ਲਈ ਵੀ ਫੈਸਲਾ ਲੈਣਾ ਹਰ ਫੈਸਲੇ ਤੋਂ ਡਰਦੇ ਪਏ। ਬਿਲਕੁਲ, ਇਸ ਡਰ 'ਚ ਕਿ ਕਿਤੇ ਸਾਡੇ ਤੇ ਕੋਈ ਫਤਵਾ ਜਾਰੀ ਨਾ ਹੋ ਜਾਏ। ਹਾਂ, ਕਿਉਂਕਿ ਪੰਜਾਬ ਔਰ ਸਿੱਖਾਂ ਦੇ ਨਾਲ ਸੰਬੰਧਿਤ ਪ੍ਰਾਂਤਰ ਮਸਲਿਆਂ ਦੇ ਵਿੱਚ ਲੀਡਰਸ਼ਿਪ ਦੀ ਫੇਲੀਅਰ ਬਾਰ-ਬਾਰ ਸਾਹਮਣੇ ਆਉਂਦੀ। ਬਿਲਕੁਲ ਸਹੀ ਗੱਲ। ਰਸਗੱਲੇ ਖਾਣ ਤੋਂ ਲੈ ਕੇ ਹਰ ਤਰ੍ਹਾਂ ਦੇ ਇਤਿਹਾਸਕ ਵਰਤਾਰੇ ਰਾਹ ਅੱਡ ਕੇ ਖੜ ਜਾਂਦੇ ਆ। ਲੇਕਿਨ ਜਦੋਂ ਸਰਦਾਰ ਸਾਹਿਬ ਸਰਕਾਰ ਨੇ ਕੋਸ਼ਿਸ਼ ਕੀਤੀ ਹਫ਼ਤੇ ਦੇ ਵਿੱਚ, ਅਸੀਂ ਜ਼ਿਕਰ ਕੀਤਾ ਸੀ ਪਹਿਲਾਂ ਕਿ ਕੋਈ ਤਰੀਕਾ ਨਿਕਲੇ, ਜਿਹੜੀ ਸਰਕਾਰ ਦੀ ਪਿਛਲੀ ਧਿਰ ਆ ਉਹ ਨਹੀਂ ਚਾਹੁੰਦੀ ਸੀ ਸਿੱਖਾਂ ਨਾਲ ਵਿਗਾੜ ਪੈਦਾ ਹੋ ਜਾਏ। ਮਸਲਾ ਸਿੱਖ ਬਨਾਮ ਸਰਕਾਰ ਬਣ ਰਿਹਾ ਸੀ, ਸਿੱਖ ਬਨਾਮ ਸਟੇਟ ਬਣ ਰਿਹਾ ਸੀ। ਤਾਈਓ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਇਸ ਪ੍ਰਕਾਸ਼ ਪੁਰਬ ਮਹਾਨ ਦਿਨ ਦੇ ਉੱਤੇ ਸਰਕਾਰ ਚਾਹੁੰਦੀ ਸੀ ਥੋੜਾ ਜਿਹਾ ਰਾਹ ਦੇਣ, ਅਸੀਂ ਪਿਛਾਂ ਨਿਕਲ ਚੱਲੀਏ। ਗੱਲ 1.5 ਸਾਲ ਦੀ ਨਹੀਂ ਸੀ, ਗੱਲ 2 ਸਾਲ ਦੀ ਵੀ ਨਹੀਂ ਸੀ। ਅਗਲੇ ਚਾਹੁੰਦੇ ਸੀ ਇੱਕ ਵਾਰੀ ਰਸਤਾ ਦਿਓ, ਮੁੜ ਕੇ ਵੇਖਾਂਗੇ ਵੀ ਨਹੀਂ। ਸੱਚ ਇਹ ਸੀ ਕਿ ਇਸ ਵਾਰੀ ਸਾਨੂੰ ਇੰਨਾ ਨੀਵੇਂ ਨਾ ਪੈਣਾ ਪੈ ਜੇ ਕਿ ਬਾਕੀ ਮਸਲਿਆਂ ਦੇ ਉੱਤੇ ਵੀ ਸਾਨੂੰ ਰੋਜ਼ ਨਵੇਂ ਤੋਂ ਨਵੇਂ ਲੋਕਾਂ ਦੇ ਅੰਦੋਲਨਾਂ ਦਾ ਸਾਹਮਣਾ ਕਰਨਾ ਪਵੇ। ਲੇਕਿਨ ਕਿਸਾਨ ਆਗੂਆਂ ਦੇ ਉੱਤੇ ਆਪਣੇ ਹੀ ਲੋਕਾਂ ਦਾ ਇੰਨਾ ਜ਼ਿਆਦਾ ਪ੍ਰੈਸ਼ਰ ਆ, ਉਹਨਾਂ ਦੇ ਅੰਦਰਲੇ ਡਰ ਤੇ ਉਹਨਾਂ ਦੀਆਂ ਆਪਣੀਆਂ ਸ਼ੰਕਾਵਾਂ ਪੁਰਾਤਨ ਸਮਿਆਂ ਨੂੰ ਲੈ ਕੇ ਕਿ ਸਰਕਾਰਾਂ ਮੰਨ ਕੇ ਮੁੱਕਰਦੀਆਂ ਰਹੀਆਂ। ਸਰਕਾਰਾਂ ਜਿਹੜੀਆਂ ਨੇ ਸਮਝੌਤੇ ਕਰਕੇ, ਲਿਖਤੀ ਸਮਝੌਤੇ ਕਰਕੇ ਮੁੱਕਰ ਜਾਂਦੀਆਂ ਨੇ। ਔਰ ਦੂਸਰਾ ਜਿਹੜਾ ਅਹਿਮ ਮੁੱਦਾ ਅੱਜ ਸਾਹਮਣੇ ਆ ਰਿਹਾ, ਉਹ ਕਹਿੰਦੇ ਕਿ ਜਿਹੜੀ ਸਰਕਾਰ ਤੁਹਾਡੇ ਤੇ ਇਹ ਵਿਸ਼ਵਾਸ ਕਰਨ ਲਈ ਤਿਆਰ ਨਹੀਂ ਕਿ ਤੁਹਾਡਾ ਜਿਹੜਾ ਟਰੈਕਟਰ ਮਾਰਚ ਆ ਉਹ ਸ਼ਾਂਤਮਈ ਆ, ਕਹਿੰਦੇ ਕਿ ਉਹਦੇ ਤੇ ਤੁਸੀਂ ਕੀ ਵਿਸ਼ਵਾਸ ਕਰ ਸਕਦੇ ਹੋ। ਫਿਰ ਗੱਲਾਂ ਦੋਨੇ ਪਾਸੇ ਬੇਵਿਸ਼ਵਾਸੀ ਆ। ਸਰਕਾਰ ਬਾਰ-ਬਾਰ ਪਿਛਲੇ 9 ਮੀਟਿੰਗਾਂ ਹੋ ਚੁੱਕੀਆਂ, 10ਵੀਂ ਵੀ ਤੁਸੀਂ ਦੇਖ ਲਈ, 11ਵੀਂ ਦੀ ਤਿਆਰੀ ਆ ਸਵੇਰ ਨੂੰ। ਨਾ ਤੇ ਸਰਕਾਰ ਪਹਿਲਾਂ ਪੱਤੇ ਖੋਲਦੀ ਆ, ਨਾ ਇਹ ਖੋਲਣ ਨੂੰ ਤਿਆਰ ਨਹੀਂ। ਮੈਂ ਥੋੜਾ ਤੁਹਾਨੂੰ ਕਰੈਕਟ ਕਰਾਂ ਸਰਦਾਰ ਸਾਹਿਬ, ਜਿਹੜੀ ਇਨਫੋਰਮੇਸ਼ਨ ਆਪਣੇ ਕੋਲ ਸੀਗੀ ਸਰਕਾਰ ਮਨ ਬਣਾ ਕੇ ਆਈ ਸੀ ਕਿ ਅੱਜ ਗੱਲ ਮੁੱਕ ਜਾਣੀ ਹੈ ਜੀ, ਕਿਉਂਕਿ ਜਿਹੜੀ ਗੱਲ ਸਰਕਾਰ ਦੇ ਨਜ਼ਰੀਓਂ ਹੋਈ ਆ ਜੀ, ਅਸੀਂ ਕੱਲ ਉਹ ਗੱਲ ਨਹੀਂ ਕੀਤੀ ਸੀ। ਸਵਾਲ ਇਹ ਸੀਗਾ ਕਿ ਇੱਕ ਦਿਨ ਪਹਿਲਾਂ ਅਚਨਚੇਤ ਮੀਟਿੰਗ ਇੱਕ ਦਿਨ ਗਾਂਹ ਕਰਤੀ ਗਈ। ਸਹੀ ਗੱਲ। ਉਸ ਤੋਂ ਬਾਅਦ ਸਰਕਾਰ ਦੇ ਉੱਪਰਲੇ ਜਿਹੜੇ ਪੱਧਰ ਸੀਗੇ ਉਹਨਾਂ ਤੇ ਗੱਲਬਾਤ ਹੋਈ। ਮੀਟਿੰਗ ਤੋਂ ਪਹਿਲਾਂ ਵੀ 1.5 ਘੰਟਾ ਜਿਹੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੈ ਉਹਨਾਂ ਨਾਲ ਤੋਮਰ ਤੇ ਬਾਕੀ ਮੰਤਰੀਆਂ ਦੀ ਮੀਟਿੰਗ ਹੁੰਦੀ। ਫੈਸਲਾ ਹੁੰਦਾ ਹੈ ਕਿ ਇਹ ਕਿਸੇ ਵੀ ਤਰੀਕੇ ਨਾਲ ਇੱਥੋਂ ਨਿਕਲਣਾ ਬਣਦਾ। ਸਵਾਲ ਇਹ ਸੀਗਾ ਕਿ ਜਦੋਂ ਸਰਕਾਰ ਆਪਣੇ ਵੱਲੋਂ ਸਭ ਤੋਂ ਵੱਡੀ ਪ੍ਰਪੋਜ਼ਲ ਪ੍ਰਸਤਾਵ ਦੇਣ ਲਈ ਅੱਗੇ ਵਧ ਰਹੀ ਸੀ, ਉਹਨਾਂ ਨੂੰ ਇੰਜ ਲੱਗਦਾ ਸੀ ਕਿ ਇਹ ਇੱਕ ਐਸਾ ਤਰੀਕਾ ਜਿਹਦੇ ਨਾਲ ਅਸੀਂ ਬਿੱਲਾਂ ਤੋਂ ਬਹਿ ਕੇ ਨਿਕਲ ਸਕਦੇ, ਅਸੀਂ ਮੁੜ ਕੇ ਕਿਉਂਕਿ ਹੋਰ ਦੇਸ਼ ਤੇ ਬੜੇ ਮਸਲੇ ਇਹਨੂੰ ਟੱਚ ਵੀ ਨਹੀਂ ਕਰਾਂਗੇ। ਸਾਡੇ ਕੋਲ ਇਹ ਪੁਸ਼ਟੀ ਹੋਈ ਹੈ ਕਿ ਸਰਕਾਰ ਇੱਕ ਵਾਰੀ ਐਸਕੇਪ ਰੂਟ ਚਾਹੁੰਦੀ ਸੀ, ਵਿਚਲਾ ਰਾਹ ਚਾਹੁੰਦੀ ਸੀ ਕਿ ਸਾਨੂੰ ਨਿਕਲਣ ਦਿਓ। ਲੇਕਿਨ ਕਿਸਾਨੀ ਆਗੂਆਂ ਦੇ ਉੱਤੇ ਲੋਕਾਂ ਦਾ ਬੜਾ ਪ੍ਰੈਸ਼ਰ ਹੈ, ਉਹ ਤੁਰੰਤ ਪ੍ਰਭਾਵ ਨਾਲ ਕੋਈ ਵੀ ਆਨਨ ਫਾਨਨ 'ਚ ਫੈਸਲਾ ਨਹੀਂ ਸੀ ਲੈਣਾ ਚਾਹੁੰਦੇ। ਇਸ ਕਰਕੇ ਉਹਨਾਂ ਨੇ ਇੱਕ ਦਿਨ ਦਾ ਸਮਾਂ ਮੰਗਿਆ। ਮੀਟਿੰਗਾਂ ਦਾ ਦੌਰ ਜਾਰੀ ਆ। ਜਿਹੜੀ ਗੱਲ ਤੁਸੀਂ ਕਹੀ ਆ ਕਿ ਕਿਸਾਨ ਆਗੂਆਂ ਤੇ ਪੁਲਿਸ ਅਫਸਰਾਂ ਦੀ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਸਮੱਸਿਆ ਇਹ ਬਣ ਗਈ ਕਿ 26 ਜਨਵਰੀ ਨੂੰ ਉਹਨਾਂ ਨੂੰ ਰਿੰਗ ਰੋਡ ਤੇ ਪਰੇਡ ਕੱਢਣ ਦਾ ਕੋਈ ਫਰਕ ਨਹੀਂ ਪੈਂਦਾ। ਫਰਕ ਕੀ ਪੈਂਦਾ? ਜਦੋਂ ਦੇਸ਼ ਤੇ ਗਣਤੰਤਰ ਦਿਵਸ ਦੀ ਪਰੇਡ ਹੋ ਰਹੀ ਹੋਵੇਗੀ ਉਹਦੇ ਮੁਕਾਬਲੇ ਕਿਸਾਨੀ ਪਰੇਡ ਬਹੁਤ ਵੱਡੀ ਪ੍ਰਭਾਵਸ਼ਾਲੀ ਹੋਊਗੀ। ਤੇ ਜਿਹੜਾ ਗਣਤੰਤਰ ਹੈ, ਜਿਹੜਾ ਇਸ ਰਾਸ਼ਟਰ ਦਾ ਅਧਿਕਾਰਤ ਪ੍ਰੋਗਰਾਮ ਹੈ, ਸਾਲ 'ਚ 2 ਵਾਰੀ ਹੁੰਦੇ, ਉਹਦੀ ਆਭਾ ਤੇ ਉਹਦਾ ਜਿਹੜਾ ਇੱਕ ਜਲਾਉ ਹੈ ਉਹ ਫਿੱਕਾ ਪਊਗਾ। ਕਿਸਾਨੀ ਅੰਦੋਲਨ ਦਾ ਜਲਾਉ ਵੱਡਾ ਹੋਊਗਾ। ਸੋ ਇਹ ਮੈਸੇਜ ਵਿਸ਼ਵ ਪੱਧਰ ਤੇ ਕੁਝ ਹੋਰ ਜਾਣਾ ਸੀ। ਉਹਦੇ ਲਈ ਸਰਕਾਰ ਦੀ ਕੋਸ਼ਿਸ਼ ਹੈ ਕਿ ਦਿੱਲੀ ਦੇ ਵਿੱਚ ਇਹਨੂੰ ਕਿਸੇ ਤਰੀਕੇ ਨਾਲ ਰੋਕ ਲਿਆ ਜਾਵੇ ਜਾਂ ਮਨਾ ਲਿਆ ਜਾਵੇ, ਜਾਂ 26 ਤੋਂ ਪਹਿਲਾਂ ਕਿਸਾਨੀ ਅੰਦੋਲਨ ਨੂੰ ਹੀ ਕਿਸੇ ਤਰੀਕੇ ਨਾਲ ਖਤਮ ਕਰਾ ਲਿਆ ਜਾਵੇ। ਲੋਕ ਘਰਾਂ ਨੂੰ ਚਲੇ ਜਾਣ, ਭਾਵੇਂ ਜੇਤੂ ਅੰਦਾਜ਼ 'ਚ ਚਲੇ ਜਾਣ। ਲੇਕਿਨ ਹੁਣ ਜਿਹੜਾ ਸੰਕਟ ਹੈ ਉਹ ਨਵਾਂ ਸੰਕਟ ਬਣ ਗਿਆ। ਅੱਜ ਦਿਨੇ ਬਲਬੀਰ ਸਿੰਘ ਰਾਜੇਵਾਲ ਕਿਸੇ ਇੱਕ
ਚੈਨਲ, ਇੱਕ ਤੋਂ ਵੱਧ ਚੈਨਲ ਹੀ ਸੀਗੇ ਸ਼ਾਇਦ, ਉਹਨਾਂ ਨਾਲ ਗੱਲ ਕਰਦਿਆਂ ਇੱਕ ਸਵਾਲ ਦੇ ਜਵਾਬ 'ਚ ਕਹਿ ਦਿੰਦੇ ਆ, ਜਦੋਂ ਇੱਕ ਪੱਤਰਕਾਰ, ਅੱਜ ਕੱਲ ਸਾਡੇ ਵਰਗੇ ਲੋਕ ਵੀ ਤਾਂ ਪੰਗਾ ਜ਼ਿਆਦਾ ਖੜਾ ਕਰ ਦਿੰਦੇ, ਬਿਲਕੁਲ ਕੰਮ ਕੋਈ ਨਹੀਂ ਹੈ ਨਾ। ਹਾਂ, ਜਦੋਂ ਅਸੀਂ ਸਾਡੇ ਚੋਂ ਕਿਸੇ ਇੱਕ ਨੇ ਸਵਾਲ ਖੜਾ ਕਰਤਾ ਕਿ ਰਾਜੇਵਾਲ ਸਾਹਿਬ ਚੜੂਣੀ ਸਾਹਿਬ ਤੇ ਕਹਿੰਦੇ ਆ ਕਿ ਅਸੀਂ ਹਰਿਆਣੇ ਤੋਂ ਇੰਨੇ ਤੋੜ ਦੇਣੇ ਜੀ, ਅਸੀਂ ਤੇ ਜੇ ਅੱਗੋਂ ਰੋਕਿਆ ਤੇ ਆ ਕਰ ਦਿਆਂਗੇ ਜੀ, ਜਿਹੜੇ ਉਹ ਤੋੜਨ ਦੀ ਗੱਲ ਕਰਦੇ ਆ ਹਰਡਲਸ। ਹੁਣ ਸਵਾਲ ਇਹ ਸੀ ਕਿ ਉਦੋਂ ਰਾਜੇਵਾਲ ਸਾਹਿਬ ਇੱਕ ਵਾਰੀ ਫਿਰ ਰਿਐਕਟ ਕਰ ਗਏ ਕਿ ਇੱਕ ਬੰਦੇ ਦਾ ਅੰਦੋਲਨ ਨਹੀਂਗਾ, ਇਹ 32 ਜਥੇਬੰਦੀਆਂ ਦਾ ਫੈਸਲਾ ਹੈ, ਕਿਸੇ ਇੱਕ ਦੇ ਕੀਤਿਆਂ ਨਹੀਂ ਹੋਣਾ, ਸਾਰਿਆਂ ਦੇ ਰਲ ਕੇ ਹੋਣਾ ਜਾਂ ਇਸ ਤਰ੍ਹਾਂ ਦੀ ਗੱਲ। ਲੇਕਿਨ ਉਹ ਗੱਲ ਕਰਨ ਦੇ ਵਿੱਚ ਤਲਖੀ ਸੀ। ਰਾਜੇਵਾਲ ਸਾਹਿਬ ਨੇ ਇਹ ਪੁੱਛਣ ਦੀ ਬਜਾਏ ਕਿ ਚੜੂਣੀ ਨੇ ਕਿੱਥੇ ਸਟੇਟਮੈਂਟ ਦਿੱਤੀ ਜਾਂ ਮੈਂ ਚੜੂਣੀ ਸਾਹਿਬ ਨਾਲ ਗੱਲ ਕਰੂੰਗਾ, ਉਹਨਾਂ ਨੇ ਰਿਐਕਟ ਕਰਨਾ ਮੁਨਾਸਿਬ ਸਮਝਿਆ। ਉਹਨਾਂ ਨੇ ਜਰਨਲਿਸਟ ਦੀ ਗੱਲ ਨੂੰ ਤਸਦੀਕ ਕੀਤੇ ਬਿਨਾ ਰਿਐਕਟ ਕੀਤਾ। ਤੇ ਜਿਵੇਂ ਤੁਸੀਂ ਖਬਰ ਦੇ ਰਹੇ ਹੋ ਕਿ ਸ਼ਾਮ ਪੈਂਦੇ ਪੈਂਦੇ ਹਰਿਆਣੇ ਦੀਆਂ ਜਥੇਬੰਦੀਆਂ ਨੇ ਆਪਣਾ ਸੰਯੁਕਤ ਕਿਸਾਨ ਮੋਰਚਾ ਹਰਿਆਣਾ ਬਣਾ ਲਿਆ। ਇਹਦਾ ਮਤਲਬ ਕਿ ਜਦੋਂ 30 ਜਥੇਬੰਦੀਆਂ ਪੰਜਾਬ ਦੀਆਂ ਨੇ, ਉਗਰਾਹਾਂ ਵਾਲੀ ਸਾਈਡ ਤੇ ਰੱਖ ਲਓ, 2 ਹੋਰ ਸਾਈਡ ਤੇ ਰੱਖ ਲਓ, 35 ਨੇ, ਉਹਨਾਂ 35 ਦੇ ਮੁਕਾਬਲੇ ਜੇ ਹਰਿਆਣੇ ਦੀ ਇੱਕ ਹੋਊਗੀ, ਇੱਧਰ ਵੀ ਦਬਾਅ ਹੋਊਗਾ ਕਿ ਪੰਜਾਬ ਵਾਲੇ ਵੀ ਇੱਕ ਹੋ ਕੇ ਆਉਣ। ਬਿਲਕੁਲ, ਗੱਲ ਤੇ ਫਿਰ ਉੱਥੇ ਆ ਗਈ। ਔਰ 2 ਨੁਕਤੇ ਤੁਹਾਡੀ ਇਸ ਗੱਲ 'ਚੋਂ ਸਾਹਮਣੇ ਆਉਂਦੇ ਨੇ। ਪਹਿਲਾ ਤੇ ਇਹ ਆ ਕਿ ਆਖਰ ਇਸ ਲੜਾਈ ਨੂੰ ਇੱਥੋਂ ਤੱਕ ਲਿਆਉਣ ਲਈ ਕੀ ਸਰਕਾਰ ਦੋਸ਼ੀ ਨਹੀਂ ਹੈ? ਬਿਲਕੁਲ ਦੋਸ਼ੀ ਹੈ, ਬਰਾਬਰ ਤੇ ਨੇ। ਉਹਨਾਂ ਨੇ ਪਹਿਲਾਂ ਦੇਖਿਆ ਕਿ ਸ਼ਾਇਦ ਇਹ ਲੋਕ ਇਸੇ ਤਰ੍ਹਾਂ ਪਰਚਾ ਕੇ ਜਿੱਦਾਂ ਸਰਕਾਰਾਂ ਕਰਦੀਆਂ ਨੇ, ਆ ਜਾਓ ਜੀ, ਬਹਿ ਜਾਓ ਜੀ, ਚਲੇ ਜਾਓ ਜੀ, ਆ ਜਾਓ ਜੀ, ਦਬਾਅ ਦੀ ਨੀਤੀ ਵੀ ਰੱਖ ਲਈ। ਜਦੋਂ ਸਾਰੀ ਖੇਡ ਹੱਥੋਂ ਜਾਂਦੀ ਨਜ਼ਰ ਆਈ ਜੀ, ਉਸ ਵੇਲੇ ਉਹਨਾਂ ਨੂੰ ਆਪਣਾ ਸਵੈ ਮਾਣ ਯਾਦ ਆਇਆ ਜੀ ਕਿ ਹੁਣ ਸਾਡੇ ਸਵੈ ਮਾਣ ਨੂੰ ਠੇਸ ਪੁੱਜਣ ਲੱਗੀ ਆ। ਫਿਰ ਇਹ ਬਾਰ-ਬਾਰ ਦੁਹਰਾਇਆ ਗਿਆ ਜੀ। ਪਹਿਲਾਂ ਸੱਦਾ 40 ਨੂੰ ਦਿੱਤਾ, ਫਿਰ ਦੁਹਰਾਇਆ ਗਿਆ ਕਿ ਲੀਡਰਸ਼ਿਪ 'ਚ ਹੈ ਹੀ ਨਹੀਂ, ਇਹਨਾਂ 'ਚ ਲੀਡਰ ਹੋਣੇ ਚਾਹੀਦੇ ਨੇ। ਹੁਣ ਜਦੋਂ ਹਰਿਆਣੇ ਨੇ ਕਹਿਤਾ ਕਿ ਸਾਡਾ ਤੇ ਲੀਡਰ ਫਿਰ ਆ ਜੇ, ਗੱਲ ਤੇ ਫਿਰ ਉਸੇ ਲੀਡਰਸ਼ਿਪ ਤੇ ਆ ਗਈ। ਉਹਨਾਂ ਨੇ ਗੁਰਨਾਮ ਸਿੰਘ ਚੜੂਣੀ ਨੂੰ ਪ੍ਰਧਾਨ ਚੁਣ ਲਿਆ, ਉਹਦਾ ਹਰਿਆਣਾ ਸੰਯੁਕਤ ਕਿਸਾਨ ਮੋਰਚੇ ਦਾ ਕਨਵੀਨਰ ਬਣਾਤਾ ਕਿ ਸਾਡੇ ਵੱਲੋਂ ਆ, ਹਰਿਆਣੇ ਵੱਲੋਂ ਹੈਗਾ ਜੀ। ਹੁਣ ਉਹਦੇ ਤੋਂ ਬਾਅਦ ਜਿਹੜੇ ਸਾਡੀ ਪੰਜਾਬ ਦੀ ਲੀਡਰਸ਼ਿਪ ਬੈਠੀ ਆ, ਮਾਫ ਕਰਨਾ, ਜਿਹੜੀ ਰਾਜਸਥਾਨ ਤੋਂ ਆਈ ਆ, ਜਿਹੜੀ ਯੂਪੀ ਤੋਂ ਆਈ ਆ, ਉਹ ਵੀ ਕਹਿ ਦੇਣਗੇ ਕਿ ਸਾਡਾ ਵੀ ਇੱਕ ਲੀਡਰ ਹੈਗਾ ਜੀ। ਫਿਰ ਗੱਲ ਜਿਹੜੀ ਆ ਇਹਨਾਂ 40-42 ਤੋਂ ਬਾਅਦ 4 ਦੇ ਵਿੱਚ ਆ ਜਾਏਗੀ। ਨਹੀਂ, ਮੈਂ ਸਰਦਾਰ ਸਾਹਿਬ ਥੋੜਾ ਜਿਹਾ ਇਹ ਤੋਂ ਹੋਰ ਅੱਗੇ ਸਮਝਣਾ ਚਾਹੂੰਗਾ ਜੀ ਕਿ ਜਦੋਂ ਸਰਕਾਰ ਨਾਲ ਗੱਲਬਾਤ ਇਸ ਪੱਧਰ ਤੇ ਖੜੀ ਸੀ ਜੀ, ਹਰਿਆਣੇ ਵਾਲਾ ਜਿਹੜਾ ਇਹ ਇਸ ਤੋਂ ਪਹਿਲਾਂ ਇੱਕ ਘਟਨਾਕ੍ਰਮ ਹੁੰਦਾ ਹੈ ਜੀ, ਜਿਹਦੇ ਵਿੱਚ ਬਾਬਾ ਗੋਪਾਲ ਸਿੰਘ ਸ਼ਾਇਦ ਤੇ ਚੜੂਣੀ, ਉਹਨਾਂ ਦੇ ਨਾਲ ਸਿਆਸੀ ਪਾਰਟੀਆਂ ਦੇ ਅਹੁਦੇਦਾਰਾਂ ਦੀ ਮੀਟਿੰਗ ਹੁੰਦੀ। ਬਿਲਕੁਲ ਸਹੀ ਗੱਲ ਹੈ। ਫਿਰ ਇੱਕ ਸੰਸਦ ਬੁਲਾਈ ਜਾਣ ਦੀ, ਜਨ ਸੰਸਦ 23-24 ਦੀ। ਫਿਰ ਉਹ ਜਨ ਸੰਸਦ ਬਾਰੇ ਜਿਹੜਾ ਚਾਰਜ ਹੈ ਉਹ ਲੈ ਲੈਂਦੇ ਪ੍ਰਸ਼ਾਂਤ ਭੂਸ਼ਣ। ਬਿਲਕੁਲ ਠੀਕ ਹੈ ਜੀ। ਪ੍ਰਸ਼ਾਂਤ ਭੂਸ਼ਣ ਆਪਣੇ ਹੱਥ 'ਚ ਹੁਣ ਉਹ ਜਨ ਸੰਸਦ ਦਾ ਚਾਰਜ ਲੈ ਲੈਂਦੇ। ਔਰ ਮੇਰੇ ਖਿਆਲ 23-24 ਨੂੰ ਉਹਨਾਂ ਨੇ ਅਨਾਉਂਸਮੈਂਟ ਕਰਤੀ। 22-23 ਹੈ ਸ਼ਾਇਦ, 22-23 ਜਨ ਸੰਸਦ ਦਾ, ਗਲਤੀ ਲਈ ਮਾਫੀ। ਲੇਕਿਨ ਸਵਾਲ ਇਹ ਆ ਕਿ ਜਦੋਂ ਇੱਕ ਪਾਸੇ ਉਸ ਫਿੱਕ ਪੈਣ ਤੋਂ ਬਾਅਦ ਜੀ ਰਾਜੇਵਾਲ ਸਾਹਿਬ ਤੇ ਉਹਨਾਂ ਦੀ ਟੀਮ ਵੱਲੋਂ ਕਿਹਾ ਗਿਆ ਕਿ ਸਾਡੇ ਮਤਭੇਦ ਦੂਰ ਹੋ ਗਏ ਜੀ, ਪਹਿਲਾਂ ਕਾਲੀ ਦੇ ਵਿੱਚ ਰਿਐਕਟ ਕਰਨ ਦੀ ਲੋੜ ਨਹੀਂ ਸੀ ਜੀ, ਚੜੂਣੀ ਸਾਹਿਬ ਨੂੰ ਵੀ ਪਰਮਿਸ਼ਨ ਲੈ ਕੇ ਜਾਣਾ ਚਾਹੀਦਾ ਸੀ। ਬਿਲਕੁਲ ਸਹੀ ਗੱਲ ਹੈ। ਦੋਵੇਂ ਤਰ੍ਹਾਂ ਤੋਂ ਗਲਤੀਆਂ ਹੁੰਦੀਆਂ ਰਹੀਆਂ ਜੀ। ਉਸ ਤੋਂ ਬਾਅਦ ਜਦੋਂ ਅਜੇ ਇਹ ਸਥਿਤੀਆਂ ਸਾਬਤ ਕਦਮੇ ਤੁਰਨ ਵਾਲੀਆਂ ਬਣੀਆਂ ਹੀ ਨਹੀਂ ਸੀ ਜੀ, ਤੇ ਫਿਰ ਨਵੇਂ ਸਿਰਿਓਂ ਹਰਿਆਣੇ ਵਾਲੇ ਇੱਕ ਵੱਖਰਾ ਮੋਰਚਾ ਬਣਾ ਕੇ ਬਹਿ ਗਏ ਜੀ। ਮੰਨ ਲਓ ਜੇ ਪੰਜਾਬ ਵਾਲੇ ਪਾਸਿਓਂ ਜਾਂ ਬਾਕੀ ਜਥੇਬੰਦੀਆਂ ਵਾਲੇ ਪਾਸਿਓਂ ਇਹਨਾਂ ਨੂੰ ਉਹ ਵੇਟੇਜ ਨਾ ਮਿਲਿਆ ਜੀ, ਤੇ ਕੱਲ ਨੂੰ ਇਹ ਵੱਖਰੀ ਮੰਚ ਲਾ ਦਿੰਦੇ ਆ, ਬਿਲਕੁਲ ਫਿਰ ਉਸ ਵੇਲੇ ਸਰਕਾਰ ਲਈ ਹੋਰ ਸੰਕਟ ਹੋਊਗਾ ਕਿ ਫਿਰ ਗੱਲ ਕਰਨ ਲੱਗਿਆਂ ਕਿਹੜੀਆਂ ਧਿਰਾਂ। ਸਹੀ ਗੱਲ ਆ। ਇੱਕ ਪਾਸੇ ਟਿੱਕਰੀ ਬਾਰਡਰ ਦੇ ਉੱਤੇ ਉਗਰਾਹਾਂ ਬੈਠੇ, ਦੂਜੇ ਬੰਨੇ ਜੇ ਹਰਿਆਣੇ ਨੂੰ ਰਿਪਰੈਜ਼ੈਂਟ ਕਰਦੇ ਚੜੂਣੀ ਹੋ ਗਏ ਜੀ, ਤੀਜੇ ਬੰਨੇ ਉਹ ਕਹਿਣਗੇ ਪੰਜਾਬ ਵਾਲੇ ਵੀ ਇੱਕ ਹੀ ਦਿਓ, ਇਹੋ ਹੀ ਗੱਲ ਹੋਏਗੀ। ਫਿਰ ਉਧਰੋਂ ਟਕੈਤ, ਉਧਰੋਂ ਜੋਗਿੰਦਰ ਯਾਦਵ ਤੇ ਉਧਰੋਂ ਬਾਕੀ ਉਹ ਸਾਰੇ ਆਪਣੇ ਬਰਾਬਰ ਦੇ ਬਹਿ ਜਾਣਗੇ। 6-7 ਲੋਕ, ਫਿਰ ਇੱਕ ਕਮੇਟੀ ਛੋਟੀ ਹੋਊਗੀ। ਬਿਲਕੁਲ। ਇਸ ਸਥਿਤੀ ਦੇ ਵਿੱਚ ਜਿਹੜੇ ਹਾਲਾਤ ਬਣਨਗੇ ਜੀ, ਕੀ ਮੋਰਚੇ ਦੀ ਤੀਬਰਤਾ ਰਹੂਗੀ? ਜੇ ਆਪਸੀ ਇਤਫਾਕ ਨਾ ਰਿਹਾ ਤੇ ਕੀ ਤੁਸੀਂ ਏਡੀ ਵੱਡੀ ਸਟੇਟ ਨਾਲ ਔਰ ਏਡੇ ਜਿੱਦੀ ਸਿਸਟਮ ਨਾਲ ਕਿੱਦਾਂ ਲੜ ਪਾਓਗੇ? ਇਹ ਸਵਾਲ ਲੋਕ ਕਰਨਗੇ। ਗੱਲਾਂ ਦੋਨੇ ਹੀ ਨੇ। ਉਧਰੋਂ ਸਰਕਾਰ ਨੇ ਇਸ ਸਾਰਾ ਜਿਹੜਾ ਢਾਂਚਾ ਸੀ ਉਹਨੂੰ ਇਸ ਇੱਕ ਮੁਕਾਮ ਤੋਂ ਤੋੜ ਕੇ ਦੂਜੇ ਤੱਕ ਪਹੁੰਚਾਇਆ ਜੀ, ਜਿਹਨੂੰ ਕਹਿ ਲਓ ਕਿ ਆਪਣੇ ਪੈਰਾਂ ਤੇ ਬਾਰ-ਬਾਰ ਆਪ ਕੁਹਾੜਾ ਮਾਰਿਆ।
ਦੂਸਰਾ ਇਹ ਸੀ ਕਿ ਜਦੋਂ 40 ਜਥੇਬੰਦੀਆਂ ਦਾ ਨਾਂ ਬੋਲ ਪਿਆ ਸੀ ਜੀ, ਉਸ ਵੇਲੇ ਇਹਨਾਂ ਜਥੇਬੰਦੀਆਂ ਨੇ ਕੋਸ਼ਿਸ਼ ਕਿਉਂ ਨਹੀਂ ਕੀਤੀ ਜੀ, ਕਿ ਜਦੋਂ ਅੱਗੇ ਸਾਹਮਣੇ ਜਿਹੜੀ ਧਿਰ ਆ ਉਹ ਬੜੀ ਸ਼ਾਤਰ ਆ, ਤਾਕਤਵਰ ਆ, ਅਸੀਂ ਉਹਨਾਂ ਦੇ ਸਾਹਮਣੇ 3 ਮੰਤਰੀਆਂ ਦੇ ਜਾਂ 4 ਮੰਤਰੀਆਂ ਦੇ ਸਾਹਮਣੇ 40 ਬੰਦੇ ਬੋਲਣ ਦੀ ਬਜਾਏ ਕਿਉਂ ਨਹੀਂ ਅਸੀਂ 4 ਜਾਂ 5 ਚੁਣ ਲੈਂਦੇ, ਤਾਂ ਕਿ ਉਹਨਾਂ ਦੀ ਹਰ ਦਲੀਲ ਦਾ ਜਵਾਬ ਬਾਕੀ ਜਾਣ ਨਾਲ, ਲੇਕਿਨ ਅਧਿਕਾਰਤ ਤੌਰ ਤੇ ਅੰਦਰ ਵੀ ਬਹਿਸ ਕਰਨ ਦਾ ਅਧਿਕਾਰ ਉਹਨਾਂ ਕੋਲ ਹੋ ਜਾਵੇ। ਉਹ ਇੰਜ ਹੀ ਰਿਹਾ ਸੀ ਜੀ, ਅੰਦਰ 4 ਤੋਂ 5 ਲੋਕ ਹੀ ਬੋਲ ਰਹੇ ਜੀ, ਹਰ ਵਾਰੀ ਫੈਸਲਾ ਹੁੰਦਾ ਹੈ ਕਿ ਅੰਦਰ ਕਿਹੜੇ ਲੋਕ ਬੋਲਣਗੇ। ਬਿਲਕੁਲ। ਪਰ ਹੁਣ ਸਰਦਾਰ ਸਾਹਿਬ ਇਹਦੇ ਅਗਲਾ ਵੀ ਇੱਕ ਪੰਗਾ ਹੈ। ਉਹ ਪੰਗਾ ਇਹ ਹੈ ਕਿ ਮੰਨ ਲਓ ਜਦੋਂ ਹਰ ਗੱਲ 'ਚ ਪੰਜਾਬ 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 ਹੋ ਰਹੀ ਹੈ, ਹਾਂ, ਔਰ ਉਸ ਵੇਲੇ ਹਰਿਆਣੇ ਦੀ ਸ਼ਮੂਲੀਅਤ ਘਟਾ ਕੇ ਨਹੀਂ ਸੀ ਦੇਖੀ ਜਾ ਸਕਦੀ। ਬਿਲਕੁਲ ਨਹੀਂ। ਹਰਿਆਣੇ ਵਾਲੇ ਸਾਡੇ ਨਾਲੋਂ ਵੱਧ ਪਾਰਟਿਸਿਪੇਟ ਕਰ ਰਹੇ ਸੀ, ਸਹੀ ਗੱਲ ਹੈ, ਲੜਾਈ ਲੜ ਰਹੇ ਸੀ ਜੀ। ਮੇਰਾ ਖਿਆਲ ਹੈ ਕਿ ਕਿਧਰੇ ਇਹ ਬੇਗਾਨਗੀ ਦਾ ਅਹਿਸਾਸ ਛੋਟਾ ਜਿਹਾ ਹੋਰਾ ਜਿਹਾ ਵੀ ਜੇ ਕਿਸੇ ਦੇ ਅੰਦਰ ਆ ਜੇ, ਸਹੀ ਗੱਲ, ਫਿਰ ਅਗਲੇ ਕਿਤੇ ਇਹ ਵੀ ਸੋਚ ਸਕਦੇ ਸੀ ਕਿ ਸਾਡੀ ਸ਼ਮੂਲੀਅਤ, ਸਾਡੀ ਪਾਰਟਿਸਿਪੇਸ਼ਨ ਕੋਈ ਘੱਟ ਨਹੀਂ, ਸਾਡਾ ਜ਼ਿਕਰ ਘੱਟ ਕਿਉਂ। ਹਾਲਾਂਕਿ ਸ਼ੁਰੂਆਤ ਦੇ ਵਿੱਚ ਹੁਣ ਤੱਕ ਵੀ ਇੰਜ ਹੁੰਦਾ ਆ ਕਿ ਪੰਜਾਬ ਔਰ ਹਰਿਆਣੇ ਦੀ ਏਕਤਾ, ਇਹਨਾਂ ਦੇ ਰਿਸ਼ਤਿਆਂ 'ਚ ਮਜ਼ਬੂਤੀ ਦਾ ਜ਼ਿਕਰ ਹੋ ਸਕਦਾ। ਇਹ ਵੀ ਹੋ ਸਕਦਾ ਕਿ ਹੇਠਲੇ ਪੱਧਰ ਦੇ ਉੱਤੇ ਇਹ ਮਹਿਸੂਸ ਕੀਤਾ ਗਿਆ ਕਿ ਜਿਹੜਾ ਸਾਡੇ ਦਰਮਿਆਨ ਵਖਰੇਵਾਂ 1966 'ਚ ਸਿਆਸਤਦਾਨਾਂ ਨੇ ਪਾਇਆ ਸੀ ਉਹ ਖਤਮ ਹੋ ਗਿਆ, ਹੁਣ ਸਾਨੂੰ ਕੋਈ ਨਹੀਂ ਤੋੜ ਸਕਦਾ। ਲੇਕਿਨ ਜਿਹੜੀ ਲੀਡਰਸ਼ਿਪ ਹੈ ਉਹਨੇ ਇਹ ਮਹਿਸੂਸ ਕੀਤਾ ਕਿ ਜਿਹੜਾ ਸ਼ਖਸ ਸਾਡੇ ਹਰਿਆਣੇ ਦਾ ਸਭ ਤੋਂ ਅੱਗੇ ਆ, ਉਹਨੂੰ ਕਿਤੇ ਨਾ ਕਿਤੇ ਉਹਦੇ ਅਕਸ ਨੂੰ ਢਾਹ ਲਈ ਜਾ ਰਹੀ ਹੈ, ਕਿਉਂਕਿ ਜੋ ਹਾਲਾਤ ਵਾਪਰੇ ਮਤਲਬ ਉਹਨੂੰ ਤਾਕਤ ਦਿੱਤੀ ਜਾਵੇ। ਹਾਂ, ਇਸ ਕਰਕੇ ਉਹਨਾਂ ਨੇ ਗੁਰਨਾਮ ਸਿੰਘ ਚੜੂਨੀ ਨੂੰ ਤਾਕਤ ਦੇਣ ਲਈ ਕਹਿਤਾ ਕਿ ਸਾਡੇ ਵੱਲੋਂ ਇਹ ਜੇ ਹੋਣ। ਮੈਂ ਦੋਸਤੋ ਇੱਕ ਵਾਰੀ ਫਿਰ ਸਪਸ਼ਟ ਕਰ ਦਿਆਂ ਕਿ ਗੱਲਬਾਤ ਲਗਾਤਾਰ ਪ੍ਰੋਸੀਡਿੰਗਸ ਅੱਗੇ ਵਧ ਰਹੀਆਂ ਨੇ, ਗੱਲਬਾਤ ਚੱਲ ਰਹੀ ਆ ਪੁਲਿਸ ਨਾਲ ਵੀ 26 ਨੂੰ ਲੈ ਕੇ, ਔਰ ਉਸ ਤੋਂ ਬਾਅਦ ਗਵਰਨਮੈਂਟ ਨਾਲ ਵੀ ਗੱਲਬਾਤ ਤੋਂ ਪਹਿਲਾਂ ਜਥੇਬੰਦੀਆਂ ਦੀ ਆਪਸੀ ਗੱਲਬਾਤ ਹੋ ਰਹੀ ਹੈ। ਇੱਕ ਸਪਸ਼ਟ ਸੰਕੇਤ ਸੀ ਕਿ ਗਵਰਨਮੈਂਟ ਇਸ ਸਾਰੇ ਜਿੰਨੇ ਵੀ ਅੰਦੋਲਨ ਹੈ, ਜਿਸ ਵੀ ਬਾਰਡਰ ਤੇ ਆ, ਉਹਨਾਂ ਨੂੰ ਹੁਣ ਇਸ ਸਥਿਤੀ 'ਚ ਦੇਖ ਰਹੀ ਸੀ ਕਿ ਇਹਦੇ 'ਚੋਂ ਨਿਕਲਣਾ ਚਾਹੀਦਾ। ਵਿਰੋਧ ਨੂੰ ਲੈ ਕੇ ਗਵਰਨਮੈਂਟ ਦਾ ਨਜ਼ਰੀਆ ਇਹ ਸੀ ਕਿ ਇਹਨੂੰ ਐਡਰੈਸ ਕਰ ਲਿਆ ਜਾਵੇ, ਔਰ ਉਹਦੇ ਪਿੱਛੇ ਅਸੀਂ ਫਿਰ ਬਾਰ-ਬਾਰ ਕਹਿੰਦੇ ਆ ਕਿ ਉਹਦੇ ਪਿੱਛੇ ਆਰਐਸਐਸ ਦਾ ਵੱਡਾ ਫੈਕਟਰ ਸੀ। ਉਹ ਚਾਹ ਰਹੇ ਸੀ ਕਿ ਸਿੱਖਾਂ ਔਰ ਸਟੇਟ ਦੇ ਵਿੱਚ ਤਣਾਅ ਪੈਦਾ ਨਾ ਹੋਵੇ। ਇੱਕ ਮੈਸੇਜ ਆ ਰਿਹਾ ਸੀ ਕਿ ਸਿੱਖ ਵਰਸਸ ਸਟੇਟ ਗੱਲ ਲੜਾਈ ਵਾਲੇ ਪਾਸੇ, ਟਕਰਾਅ ਵਾਲੇ ਪਾਸੇ ਜਾ ਰਹੀ। ਉਸ ਟਕਰਾਅ ਤੋਂ ਬਚਣ ਲਈ ਇਸ ਦਿਨ ਨੂੰ ਵੀ ਚੁਣਿਆ ਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਸਰਕਾਰ ਮੈਸੇਜ ਦੇਣਾ ਚਾਹੁੰਦੀ ਸੀ, ਸੁਨੇਹਾ ਦੇਣਾ ਚਾਹੁੰਦੀ ਸੀਗੀ ਕਿ ਅਸੀਂ ਸਿੱਖਾਂ ਪ੍ਰਤੀ ਸੁਹਿਰਦਤਾ ਵੀ ਰੱਖਦੇ ਹਾਂ, ਸਮਰਪਣ ਵੀ ਰੱਖਦੇ ਹਾਂ, ਔਰ ਖਾਸ ਤੌਰ ਤੇ ਆਰਐਸਐਸ ਦੀ ਆਪਣੀ ਸਿੱਧੀ ਅਪਰੋਚ ਸੀ। ਔਰ ਇਹ ਮੈਂ ਬਕਾਇਦਾ ਕਹਿਣ ਤੋਂ ਪਹਿਲਾਂ ਮੈਂ ਸਾਫ਼ ਕਰ ਦਿਆਂ ਕਿ ਇੱਕ ਹਫ਼ਤੇ ਦੀ ਸਰਗਰਮੀ ਐਸੀ ਸੀ ਉੱਪਰਲੇ ਪੱਧਰ ਤੇ ਆਰਐਸਐਸ ਪ੍ਰਮੁੱਖ ਔਰ ਉਹਨਾਂ ਤੋਂ ਜਿਹੜੇ ਨੈਕਸਟ ਨੇ ਉਹ ਲਗਾਤਾਰ ਸਰਗਰਮ 'ਚ ਸੀਗੇ। ਕੁਝ ਸਿੱਖ ਆਗੂ ਜਿਹੜਾ ਅਸੀਂ ਅੱਗੇ ਜਾ ਕੇ ਡਿਸਕਲੋਜ਼ ਕਰਾਂਗੇ, ਯਤਨ ਵੀ ਕਰਾਂਗੇ ਗੱਲ ਕਰਨ ਦਾ, ਉਹ ਵੀ ਗੱਲਬਾਤ 'ਚ ਸ਼ਾਮਲ ਸੀਗੇ ਕਿ ਜਿਹੜਾ ਟਕਰਾਅ ਬਣ ਰਿਹਾ, ਗੁਰੂ ਘਰਾਂ 'ਚੋਂ ਅਰਦਾਸਾਂ ਦੇ ਵਿੱਚ ਇਹ ਸ਼ਬਦ ਆਉਣੇ ਸ਼ੁਰੂ ਹੋ ਗਏ ਹਾਕਮ ਸ਼੍ਰੇਣੀ ਨੂੰ ਲੈ ਕੇ, ਸੋ ਉਹ ਸਾਰੇ ਤੋਂ ਬਚਿਆ ਜਾਵੇ। ਇਸ ਕਵਾਇਦ ਦੇ ਵਿੱਚ ਗਵਰਨਮੈਂਟ ਨੂੰ ਮਨਾਉਣ ਲਈ ਆਰਐਸਐਸ ਨੇ ਪ੍ਰਮੁੱਖਤਾ ਨਾਲ ਰੋਲ ਅਦਾ ਕੀਤਾ। ਇਹਦੇ ਤੇ ਤੁਹਾਡੀ ਕੋਈ ਵੀ ਟਿੱਪਣੀ ਆ ਸਕਦੀ ਹੈ। ਅਸੀਂ ਬਹੁਤ ਕਾਹਲੀ ਦੇ ਵਿੱਚ ਆਪਣਾ ਪ੍ਰਤੀਕਰਮ ਦਿੰਦੇ ਆ, ਅਸੀਂ ਦੂਜੇ ਨੂੰ ਜਿਹੜਾ ਮਰਜ਼ੀ ਸਲੋਗਨ ਦਿੰਦੇ ਆ, ਪਰ ਸਾਡੇ ਸੋਰਸ ਪੁਖਤਾ ਕਰਦੇ ਆ ਕਿ ਜਿਹੜੀ ਰਾਜਨਾਥ ਸਿੰਘ ਦੀ ਸਟੇਟਮੈਂਟ ਪ੍ਰਭੂ ਚਾਵਲਾ ਦੇ ਨਾਲ ਸੀ ਕਿ ਬਹੁਤ ਸਖਤੀ ਨਾਲ ਉਹਨਾਂ ਕਿਹਾ ਸੀ ਕਿ ਸਿੱਖ ਸਾਡੇ ਸਿਰ ਦਾ ਤਾਜ ਆ। ਉਹਨਾਂ ਨੇ ਕਿਹਾ ਸੀ ਕਿ ਮੈਂ ਆਪਣੇ ਸਿੱਖ ਬੰਧੂਆਂ, ਸਿੱਖ ਭਰਾਵਾਂ ਦੇ ਮਾਮਲੇ 'ਚ ਗੱਲ ਸੁਣ ਹੀ ਨਹੀਂ ਸਕਦਾ, ਇਹਨਾਂ ਦੇ ਬਹੁਤ ਵੱਡੇ ਅਹਿਸਾਨ ਨੇ। ਉਹ ਸਾਰੇ ਦਾ ਸਾਰਾ ਇੱਕ ਸਕ੍ਰਿਪਟਡ ਮੈਟਰ ਸੀਗਾ ਕਿ ਲੀਡਰਸ਼ਿਪ ਨੂੰ ਸਮਝਾਇਆ ਗਿਆ ਸੀ ਸਿੱਖ ਬਨਾਮ ਸਟੇਟ ਨਹੀਂ ਹੋਣਾ ਚਾਹੀਦਾ ਔਰ ਨਹੀਂ ਹੋਣ ਦਿੱਤਾ ਜਾਵੇਗਾ। ਇਸੇ ਹੀ ਕਵਾਇਦ ਨੂੰ ਅੱਗੇ ਵਧਾਉਂਦਿਆਂ ਗੱਲਬਾਤ 'ਚ ਤੇਜ਼ੀ ਲਿਆਂਦੀ ਗਈ, ਫੈਸਲਾ ਕੀਤਾ ਗਿਆ। ਇੱਕ ਮੀਟਿੰਗ ਇੱਕ ਦਿਨ ਲਈ ਟਾਲੀ ਗਈ ਜਿਹੜੀ ਬੀਤੇ ਦਿਨ ਹੋਈ ਆ, ਉਹਦੇ ਵਿੱਚ ਡਿਸਾਈਡ ਕਰ ਲਿਆ ਗਿਆ ਸੀ ਕਿ ਕਿਸਾਨ ਇਸ ਗੱਲ ਨੂੰ ਮੰਨ ਜਾਣਗੇ ਕਿਉਂਕਿ ਸਭ ਤੋਂ ਵੱਡੀ ਪ੍ਰਪੋਜ਼ਲ ਸੀ ਗਵਰਨਮੈਂਟ ਵੱਲੋਂ, ਉਹਨਾਂ ਦੇ ਆਪਣੇ ਨਜ਼ਰੀਏ ਤੋਂ ਕਿਸਾਨਾਂ ਲਈ ਤਾਂ ਇਹ
ਰਿਪੀਲ ਕਰਨ ਤੋਂ ਇਲਾਵਾ, ਰੱਦ ਕਰਨ ਤੋਂ ਇਲਾਵਾ ਦੂਜਾ ਕੋਈ ਤੱਥ ਹੀ ਨਹੀਂ ਸੀ। ਲੇਕਿਨ ਸਰਕਾਰ ਸਮਝਦੀ ਸੀਗੀ ਕਿ ਸਾਡੇ ਵੱਲੋਂ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਪੋਜ਼ਲ ਹੈ, ਪ੍ਰਸਤਾਵ ਹੈ, ਇਹਨੂੰ ਮੰਨ ਲਿਆ ਜਾਊਗਾ। ਲੇਕਿਨ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਕੱਲ ਸ਼ਾਮ ਤੱਕ ਅਨਾਉਂਸਮੈਂਟ ਨਹੀਂ ਹੋ ਸਕੀ। ਲੇਕਿਨ ਇੱਕ ਚੰਗੀ ਗੱਲ ਇਹ ਵਾਪਰੀ ਕਿ ਕਿਸਾਨ ਜਥੇਬੰਦੀਆਂ ਨੇ ਸਿੱਧੀ ਨਾ ਕਰਨ ਦੀ ਬਜਾਏ ਸਰਕਾਰੀ ਧਿਰ ਨੂੰ ਇਹ ਕਹਿਤਾ ਕਿ ਅਸੀਂ ਆਪਣੇ ਸੰਯੁਕਤ ਕਿਸਾਨ ਮੋਰਚੇ ਵਿੱਚ ਸਲਾਹ ਕਰਾਂਗੇ ਤੇ ਤੁਹਾਨੂੰ ਅਗਲੇ ਦਿਨ ਆ ਕੇ ਦੱਸਾਂਗੇ। ਹੁਣ ਮੀਟਿੰਗ 22 ਨੂੰ ਹੈ ਔਰ ਇਹ 12 ਵਜੇ ਆ। ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਸਲਾਹ ਮਸ਼ਵਰਾ ਕਰ ਰਹੀਆਂ, ਮੰਥਨ ਕਰ ਰਹੀਆਂ। ਲੇਕਿਨ ਸਪਸ਼ਟ ਹੈ ਕਿ ਇਹੋ ਜਿਹੇ ਮੌਕਿਆਂ ਤੇ ਲੀਡਰਸ਼ਿਪ ਦੀ ਪਰਖ ਹੁੰਦੀ ਹੈ। ਜਦੋਂ ਹਾਲਾਤ ਹੋਰ ਹੋਣ, ਫੈਸਲੇ ਹੋਰ ਲੈਣੇ ਹੋਣ, ਵੱਡੇ ਹਿੱਤਾਂ 'ਚ ਵਿਸ਼ਾਲ ਕੈਨਵਸ ਤੇ ਵੇਖਣਾ ਹੋਵੇ, ਲੋਕਾਂ ਦਾ ਰੋਹ ਜ਼ਬਰਦਸਤ ਹੈ। ਲੇਕਿਨ ਜਦੋਂ ਕਿਸਾਨੀ ਜਥੇਬੰਦੀਆਂ ਦੇ ਆਗੂਆਂ ਨੇ ਫੈਸਲਾ ਲੈਣਾ ਹੈ, ਉਹਨਾਂ ਲਈ ਸਭ ਤੋਂ ਔਖਾ ਪ੍ਰਸ਼ਨ ਇਹੀ ਆ ਕਿ ਪੂਰਾ ਜਨ ਸਲਾਬ, ਉਹਨਾਂ ਦੀਆਂ ਭਾਵਨਾਵਾਂ ਮੀਡੀਆ ਰਾਹੀਂ, ਸੋਸ਼ਲ ਮੀਡੀਆ ਰਾਹੀਂ, ਉਸ ਸਭ ਦੇ ਅਸਰ ਦੇ ਨਾਲ ਵੀ ਆਪਣੇ ਲੋਕਾਂ ਲਈ ਫੈਸਲਾ ਲੈਣ ਲੱਗਿਆਂ ਔਖੇ ਫੈਸਲੇ ਲੈਣੇ ਪੈਂਦੇ ਆ। ਸੋ ਇਹ ਸਥਿਤੀ ਬਣੀ ਹੋਈ ਆ। ਸਰਕਾਰ ਤਣਾਅ ਔਰ ਦਬਾਅ 'ਚ ਹੈ ਕਿ ਉਹ ਇਸ ਪ੍ਰੈਸ਼ਰ ਨੂੰ ਹਟਾਵੇ। ਲੇਕਿਨ ਕਿਸਾਨ ਆਗੂ ਇਸ ਬਹੁਤ ਵੱਡੇ ਤਣਾਅ ਔਰ ਡਰ 'ਚ ਨੇ, ਮਤਾ ਕੋਈ ਗਲਤ ਫੈਸਲਾ ਹੋ ਜੇ। ਦੋਵੇਂ ਤਰ੍ਹਾਂ ਫਸ ਗਈਆਂ, ਬਹੁਤ ਬੁਰੀ ਤਰ੍ਹਾਂ ਫਸ ਗਈਆਂ। ਸਰਕਾਰ ਨੂੰ ਨਿਕਲਣ ਦਾ ਰਾਹ ਨਹੀਂ ਲੱਭ ਰਿਹਾ, ਕਿਸਾਨ ਆਗੂਆਂ ਨੂੰ ਵੀ ਨਿਕਲਣ ਦਾ ਰਾਹ ਔਖਾ ਲੱਗਦਾ ਹੈ। ਲੇਕਿਨ ਇਹਦੇ ਵਿੱਚੋਂ ਤੁਹਾਨੂੰ ਹੱਲ ਤਾਂ ਦੇਖਣਾ ਪੈਣਾ, ਨਿਕਲਣਾ ਪੈਣਾ। ਲੇਕਿਨ ਅੱਜ ਜਿਹੜੀ ਨਵੀਂ ਗੱਲ ਹੋਈ ਆ ਕਿ ਹਰਿਆਣੇ ਦੇ ਕਿਸਾਨ ਆਗੂਆਂ ਨੇ ਇਕੱਠੇ ਹੋ ਕੇ ਗੁਰਨਾਮ ਸਿੰਘ ਚੜੂਣੀ, ਸਰਦਾਰ ਗੁਰਨਾਮ ਸਿੰਘ ਚੜੂਣੀ ਨੂੰ ਆਪਣਾ ਪ੍ਰਮੁੱਖ ਚੁਣ ਲਿਆ। ਹਰਿਆਣਾ ਇੱਕ ਹੋ ਕੇ ਇਸ ਲੜਾਈ ਦੇ ਵਿੱਚ ਅੱਗੇ ਨਾਲੋਂ ਵੀ ਤੀਬਰ ਵੇਗ ਨਾਲ ਵਗਣਾ ਚਾਹੁੰਦਾ ਹੈ। ਸਾਡੇ ਵਾਲੇ, ਪੰਜਾਬ ਵਾਲੇ ਵੀ ਬਿਲਕੁਲ ਜਜ਼ਬਾਤ ਨਾਲ, ਜਜ਼ਬੇ ਨਾਲ ਲੱਗੇ ਨੇ ਸਰਦਾਰ ਸਾਹਿਬ। ਪਰ ਇਹ ਸਵਾਲ ਆ ਕਿ ਗੱਲ ਆਖਰ ਮੁੱਕੂ ਕਿੱਥੇ? ਦੇਖੋ, ਬੜਾ ਸਾਫ਼ ਹੈ ਜਿੱਤੇ ਜੋ ਕੁਝ ਸਾਡੇ ਸਾਹਮਣੇ ਆਇਆ, ਜਿਸ ਤਰ੍ਹਾਂ ਆਰਐਸਐਸ ਦੀ ਸਰਗਰਮੀ ਨੂੰ ਵੇਖਿਆ ਗਿਆ ਜੀ, ਜੋ ਸਾਡੇ ਸਾਹਮਣੇ ਆ ਚੁੱਕਾ ਕਿ ਕਿਸ ਤਰ੍ਹਾਂ ਉਹ ਤੁਰਦੇ ਪਏ ਨੇ, ਅਗਾਂਹ ਵੱਧਦੇ ਪਏ ਨੇ ਜੀ। ਗੱਲ ਫਿਰ ਉੱਥੇ ਮੁੱਕਣੀ ਆ ਕਿ ਫੈਸਲਾ, ਕਾਨੂੰਨ ਬਣਾਉਣ ਦਾ ਫੈਸਲਾ ਸਰਕਾਰ ਦਾ ਜੀ। ਇਸ ਕਾਨੂੰਨ ਨੂੰ ਉਹ ਅਗਰ 2 ਸਾਲ ਲਈ ਕਰਦੇ ਪਏ ਨੇ, ਪਹਿਲਾਂ ਥੋੜੇ ਦਿਨ ਲਈ ਸਮੇਂ ਲਈ ਆਇਆ ਸੀ ਜੀ, ਬਾਅਦ ਚ ਆ ਗਿਆ ਕਿ 1.5 ਸਾਲ ਅਸੀਂ ਰੱਦ ਕਰ ਸਕਦੇ ਹਾਂ, ਉਡੀਕ ਸਕਦੇ ਜੀ। ਤੁਸੀਂ, ਉਹਨਾਂ ਨੇ ਕਿਹਾ ਕਿ ਇੱਕ ਕਿਸਮ ਦਾ ਸਟੇ ਆ ਵੀ 1.5 ਸਾਲ ਤੱਕ ਅਸੀਂ ਲਾਗੂ ਨਹੀਂ ਕਰਾਂਗੇ ਜੀ। ਹੁਣ ਸਵਾਲ ਫਿਰ ਉੱਥੇ ਹੀ ਹੈ ਕਿ ਜਿਹਨੂੰ ਤੁਸੀਂ ਕੋਈ ਚੀਜ਼ ਪਰੋਸਣਾ ਚਾਹੁੰਦੇ ਹੋ, ਅਗਰ ਉਹ ਨਹੀਂ ਲੈਣਾ ਚਾਹੁੰਦਾ ਜੀ, ਤੇ ਜਿਸ ਪਾਰਲੀਮੈਂਟ ਨੇ ਇਹ ਕਾਨੂੰਨ ਪਾਸ ਕੀਤਾ, ਤੁਹਾਡੇ ਕੋਲ ਮੌਕਾ ਆ ਕਿਉਂਕਿ ਬਜਟ ਸੈਸ਼ਨ ਆ ਰਿਹਾ, ਮੰਤਰੀ ਮੰਡਲ ਇੱਕ ਮੀਟਿੰਗ ਕਰਕੇ ਹੋ ਸਕਦਾ, ਜੋ ਸਾਨੂੰ ਮਹਿਸੂਸ ਹੋ ਰਿਹਾ, ਜੇ ਵਾਕਿਆ ਹੀ ਇਹਦਾ ਸਥਾਈ ਹੱਲ ਲੱਭਣਾ ਆ ਤੇ ਫਿਰ ਇਹੋ ਹੀ ਆ ਕਿ ਮੰਤਰੀ ਮੰਡਲ ਫੈਸਲਾ ਲਵੇ ਕਿ ਅਸੀਂ ਇਸ ਕਾਨੂੰਨ ਨੂੰ ਰੱਦ ਕਰ ਰਹੇ ਹਾਂ। ਨਹੀਂ ਸਰ, ਉਸ ਤੋਂ ਬਾਅਦ, ਕਿਉਂਕਿ ਕੱਲ ਜਿਹੜੀ ਮੀਟਿੰਗ ਸੀ ਉਸ ਤੋਂ ਬਾਅਦ ਦੁਬਾਰਾ ਇੱਕ ਵਾਰ ਮੰਤਰੀਆਂ ਨੇ ਕਿਹਾ ਕਿ ਅਸੀਂ ਸਾਂਝੀ ਕਮੇਟੀ ਬਣਾ ਲਈਏ। ਉਹਨੂੰ ਥੋੜਾ ਜਿਹਾ ਗੌਰ ਨਾਲ ਵੇਖੋ ਕਿ ਜਦੋਂ ਸੁਪਰੀਮ ਕੋਰਟ ਇੱਕ ਕਮੇਟੀ ਬਣਾ ਚੁੱਕੀ ਆ, ਉਹਦੇ ਤੋਂ ਬਾਅਦ ਸਰਕਾਰ ਦਾ ਇਹ ਕਹਿਣਾ ਕਿ ਅਸੀਂ ਇੱਕ ਸਾਂਝੀ ਕਮੇਟੀ ਬਣਾ ਲਈਏ, ਕੀ ਕੋਈ ਅਰਥ ਰੱਖਦਾ? ਨਹੀਂ, ਅਰਥ ਰੱਖਦਾ ਹੈ ਕਿਉਂਕਿ ਸਰਕਾਰੀ ਨੁਮਾਇੰਦੇ, ਐਗਰੀਕਲਚਰ ਮਿਨਿਸਟਰ ਨਰਿੰਦਰ ਤੋਮਰ ਨੇ ਇਹ ਗੱਲ ਕਹੀ ਸੀ ਕਿ ਅਸੀਂ ਸੁਪਰੀਮ ਕੋਰਟ 'ਚ ਹਲਫਨਾਮਾ ਦਾਇਰ ਕਰਨ ਨੂੰ ਤਿਆਰ ਹਾਂ, ਐਫੀਡੇਵਿਟ ਦੇ ਦਿੰਨੇ ਆ ਕਿ ਸਾਡੀ ਆਪਸੀ ਸਹਿਮਤੀ ਹੋਈ ਆ, ਇਸ ਕਾਨੂੰਨ ਨੂੰ ਅਸੀਂ ਇੰਨੇ ਪੀਰੀਅਡ ਤੱਕ ਸਸਪੈਂਡ ਕਰਦੇ ਹਾਂ। ਜਿੱਥੋਂ ਤੱਕ ਸੁਪਰੀਮ ਕੋਰਟ ਦਾ ਸਵਾਲ ਆ, ਉਹਨੇ ਰੋਕ ਲਾਈ ਆ, ਸਟੇ ਕੀਤੇ ਆ। ਇਹ ਸਸਪੈਂਡ ਦਾ ਸ਼ਬਦ ਉਹਨੂੰ ਮੁਅੱਤਲ ਕਰਨ ਦਾ, ਔਰ ਉਹਦੇ ਲਈ ਅਸੀਂ ਕਮੇਟੀ ਬਣਾ ਰਹੇ ਹਾਂ। ਇਹਦੇ ਵਿੱਚ ਇਹ ਕਿਸਾਨੀ ਨੁਮਾਇੰਦੇ ਨੇ, ਇਹ ਸਰਕਾਰ ਦੇ ਨੁਮਾਇੰਦੇ ਨੇ, ਇਹ ਫੈਸਲਾ ਕਰਨਗੇ ਇਹਨਾਂ ਕਾਨੂੰਨਾਂ ਨੂੰ ਰਿਪੀਲ ਕਰਨਾ, ਵਾਪਸ ਲੈਣੇ ਆ, ਸੋਧਾਂ ਕਰਨੀਆਂ, ਨਵਾਂ ਬਣਾਉਣਾ ਹੈ, ਕੀ ਬਣਾਉਣਾ ਹੈ। ਸੋ ਉਹ ਇੱਕ ਬੜਾ ਫੂਲ ਪ੍ਰੂਫ ਸੀ ਉਹਨਾਂ ਵੱਲੋਂ ਸੀ। ਲੇਕਿਨ ਇੱਧਰ ਜਿਹੜੀ ਸ਼ੰਕਾ ਜਿਹੜੀ ਆ ਇੱਧਰ ਬਰਕਰਾਰ ਆ, ਕਿਉਂਕਿ ਸਰਕਾਰਾਂ ਧੋਖੇ ਕਰਦੀਆਂ ਰਹੀਆਂ। ਬਿਲਕੁਲ। ਆਖਰ ਇਹ ਜਿਹੜੀ ਜਿੱਦਾਂ ਇਹ ਕਹਿ ਰਹੇ ਨੇ, ਦੇਖੋ ਇਸ ਵੇਲੇ ਭਾਜਪਾ ਸਰਕਾਰ ਕੀ ਕਹਿ ਰਹੀ ਹੈ ਕਿ ਪਿਛਲੀਆਂ ਸਰਕਾਰਾਂ ਨੇ ਜਿਹੜੀਆਂ ਗਲਤੀਆਂ ਕੀਤੀਆਂ ਨੇ, ਅਸੀਂ ਉਹਨਾਂ ਦੀ ਸੁਧਾਈ ਕੀਤੀ ਆ। ਲੇਕਿਨ ਸਵਾਲ ਇਹ ਆ, ਦੋਸ਼ ਇਹ ਲੱਗ ਰਿਹਾ ਕਿ ਉਹਨਾਂ ਨੇ ਗਲਤੀਆਂ ਕੀਤੀਆਂ ਸੀ ਜਾਂ ਤੁਸੀਂ ਕਰ ਰਹੇ ਹੋ ਜੀ। ਦੇਖੋ, ਜਿਹੜਾ ਬੰਦਾ ਸਾਹਮਣੇ ਆ, ਜਿਹਨੂੰ ਕਹਿ ਦੋ ਪੰਜਾਬੀ 'ਚ ਕਹ ਲਓ ਕਟਹਿਰੇ 'ਚ ਖੜਾ ਆ, ਜਵਾਬਦੇਹੀ ਤੇ ਉਹਦੀ ਬਣਦੀ ਪਈ, ਬਿਲਕੁਲ ਬਣਦੀ। ਕਿਸਾਨ ਆਗੂ ਵੀ ਇਹੋ ਹੀ ਕਹਿ ਰਹੇ ਨੇ ਕਿ ਭਾਈ ਗਲਤੀ ਤਾਂ ਤੁਸੀਂ ਕੀਤੀ ਆ, ਪਿਛਲੀਆਂ ਨੂੰ ਤਾਂ ਅਸੀਂ ਜਾਣਦੇ ਹੀ ਨਹੀਂ ਜੀ। ਸੋ ਹੁਣ ਹਾਲਾਤ ਉਹੀ ਆ ਕਿ ਫੈਸਲਾ ਕਿਹਨੇ ਲੈਣਾ। ਪਹਿਲਾਂ ਕੱਲ ਮਾਨਯੋਗ ਅਦਾਲਤ ਨੇ
ਕਹਿਤਾ ਕਿ ਅਸੀਂ ਕਿਸਾਨਾਂ ਦੇ ਟਰੈਕਟਰ ਮਾਰਚ ਬਾਰੇ ਕੋਈ ਫੈਸਲਾ ਨਹੀਂ ਕਰ ਸਕਦੇ, ਅਸੀਂ ਦਖਲ ਨਹੀਂ ਦੇਣਾ, ਇਹ ਪੁਲਿਸ ਦਾ ਕੰਮ ਹੈ। ਤੇ ਮਾਫ ਕਰਨਾ, ਦਿੱਲੀ ਪੁਲਿਸ ਕਿਹਦੇ ਮਤਹਿਤ ਹੈ ਜੀ? ਕੇਂਦਰ ਦੇ ਗ੍ਰਹਿ ਮੰਤਰੀ ਦੇ। ਗ੍ਰਹਿ ਮੰਤਰੀ ਦੇ। ਜੇ ਉਸ ਪੁਲਿਸ ਨੇ ਸਵੇਰੇ ਨਾ ਕਰ ਦਿੱਤੀ ਜੀ, ਉਸ ਤੋਂ ਬਾਅਦ ਪਤਾ ਲੱਗਾ ਕਿ ਕੋਈ ਜੁਆਇੰਟ ਕਮਿਸ਼ਨਰ ਨੇ, ਉਹ ਫਿਰ ਦੁਬਾਰਾ ਉਸੇ ਸਿੰਘੂ ਬਾਰਡਰ 'ਤੇ ਆਏ ਨੇ ਗੱਲ ਕਰਨ ਲਈ। ਸੋ ਜਿਹੜਾ ਬਾਰ-ਬਾਰ ਇੱਕ ਕਦਮ ਗਾਂਹ ਪੁੱਟਣਾ, ਇੱਕ ਪਿਛਾਂਹ ਪੁੱਟਣਾ, ਇਹ ਵੀ ਕਿਤੇ ਨਾ ਕਿਤੇ ਸਰਕਾਰਾਂ ਦੀ ਨੀਤ ਦੇ ਉੱਤੇ ਸ਼ੱਕ ਪ੍ਰਗਟ ਕਰਦਾ। ਨਹੀਂ ਸਰਦਾਰ ਸਾਹਿਬ, ਉਹ ਤੁਹਾਡੀ ਆਖਰ ਵੱਡੀ ਧਿਰ ਨੂੰ ਹੀ ਫੈਸਲਾ ਲੈਣਾ ਪਏਗਾ। ਤੁਹਾਡੀ ਗੱਲ ਬਿਲਕੁਲ ਦਰੁਸਤ ਆ ਕਿ ਸਰਕਾਰ ਫਸ ਗਈ ਹੈ, ਬਿਲਕੁਲ ਸਰਕਾਰ ਬੁਰੀ ਤਰ੍ਹਾਂ ਫਸ ਗਈ ਜੀ। ਹੁਣ ਸਰਕਾਰ ਵੀ ਨਿਕਲਣਾ ਚਾਹੁੰਦੀ। ਦੇਖੋ, ਸਰਕਾਰ ਤੇ ਨਿਕਲਣਾ ਚਾਹੁੰਦੀ, ਸਰਕਾਰ ਨੂੰ 2022 ਦੀ ਦਾ, ਲੇਕਿਨ ਜਿਹੜੇ ਕਿਸਾਨ ਆਗੂ ਬੈਠੇ ਨੇ ਉਹਨਾਂ ਨੂੰ 2022 ਤੇ ਬੜੀ ਦੂਰ ਦੀ ਗੱਲ ਹੈ, ਉਹਨਾਂ ਤੋਂ 2021 ਦੀ ਦਾ ਪਿਆ। ਨਹੀਂ ਕਿ ਸਾਡਾ ਇਹਦਾ ਕੀ ਅਸਰ ਹੋਣਾ। ਸਰਦਾਰ ਸਾਹਿਬ, ਉਸ ਤੋਂ ਵੀ ਅਗਲੀ ਗੱਲ, ਸ਼ਾਇਦ ਪੰਜਾਬ ਕੇਂਦਰ ਸਰਕਾਰ ਲਈ ਕੋਈ ਬਹੁਤੇ ਮਾਇਨੇ ਨਹੀਂ ਰੱਖਦਾ 2022 ਚ, ਬਿਲਕੁਲ, ਲੇਕਿਨ 2022 ਤੋਂ ਅਗਲੀ ਲੜਾਈ ਹੈ। 2022 ਦੇ ਵਿੱਚ ਯੂਪੀ ਵੀ ਜਿੱਤਿਆ ਜਾਣਾ। ਸਹੀ ਗੱਲ ਹੈ। ਹੁਣ ਤੁਹਾਨੂੰ ਇੰਦਰਾ ਗਾਂਧੀ ਦਾ ਸਮਾਂ ਯਾਦ ਹੈ? ਪੰਜ ਸਟੇਟਾਂ ਜਿਹੜੀਆਂ 2021 ਦੇ ਵਿੱਚ ਵਿਧਾਨ ਸਭਾ ਤੇ ਤੁਰ ਪੈਣੀਆਂ ਨੇ ਰਾਹ। ਲੇਕਿਨ ਜੇ ਸਰਕਾਰ ਲਗਾਤਾਰ ਬੈਕਫੁੱਟ ਤੇ ਆਉਂਦੀ ਹੈ, ਅਗਲਿਆਂ ਦੀ ਜਿਹੜੀ ਉਹ ਆਇਰਨ ਮੈਨ ਵਾਲੀ ਛਵੀ ਜਾਂਦੀ ਆ, ਨੁਕਸਾਨ। ਫਿਰ ਦੇਖੋ, ਮੇਰੀ ਗੱਲ ਸੁਣੋ, ਆਇਰਨ ਮੈਨ ਵਾਲੀ ਛਵੀ ਦੀ ਗੱਲ ਨਾ ਕਰੋ। ਜੇ ਤੇ ਵਾਕਈ ਲੋਕਤੰਤਰ ਹੈ, ਤੁਸੀਂ ਲੋਕਾਂ ਦੇ ਨੁਮਾਇੰਦੇ ਹੋ ਤੇ ਲੋਕਾਂ ਦੇ ਫੈਸਲੇ ਨੂੰ ਤੁਸੀਂ ਪਹਿਲਾਂ ਮੰਨਦੇ ਹੋ ਨਾ। ਤੁਸੀਂ ਭਾਵੇਂ 30% ਵੋਟ ਮਿਲੇ ਹੋਣ, ਭਾਵੇਂ ਤੁਹਾਨੂੰ 28 ਮਿਲੇ ਹੋਣ, ਕਦੀ ਕਿਸੇ ਸਿਆਸੀ ਪਾਰਟੀ ਨੇ ਕਿਹਾ ਕਿ ਅਸੀਂ 2% ਲੋਕਾਂ ਦਾ ਵਿਸ਼ਵਾਸ ਗਵਾ ਲਿਆ? ਹਰਗਿਜ਼ ਨਹੀਂ। ਕਹਿੰਦੇ ਜੀ ਲੋਕਾਂ ਨੇ ਸਾਨੂੰ ਚੁਣਿਆ। ਪੰਜਾਬ ਦੇ ਵਿੱਚ ਇੱਕ ਸਰਕਾਰ ਤੁਹਾਨੂੰ ਯਾਦ ਹੈ, ਬੇਅੰਤ ਸਿੰਘ ਹੋਰਾਂ ਦੀ 5% ਦੀ ਸਰਕਾਰ ਸੀ। 8 ਲਾ ਲਓ, 8 ਲਾ ਲਓ, 10 ਲਾ ਲਓ, 11 ਲਾ ਲਓ, ਠੀਕ ਹੈ। ਲੇਕਿਨ ਕੀ ਸੀ? ਉਹ ਕਹਿੰਦੇ ਸੀ ਅਸੀਂ ਸਰਕਾਰ ਆ, ਚੁਣੇ ਹੋਏ ਆ, ਲੋਕਾਂ ਨੇ ਸਾਨੂੰ ਚੁਣਿਆ। ਹੁਣ ਜਦੋਂ ਅਸੀਂ ਇਹ ਦਾਅਵਾ ਕਰ ਦਿੰਦੇ ਆ ਕਿ ਅਸੀਂ ਲੋਕਾਂ ਦੇ ਨੁਮਾਇੰਦੇ, ਲੋਕਾਂ ਨੇ ਸਾਨੂੰ ਸੱਤਾ ਦਿੱਤੀ ਆ, ਤੇ ਫਿਰ ਮਾਫ ਕਰਨਾ, ਜੇ ਲੋਕਾਂ ਦੇ ਉੱਤੇ ਇੰਨਾ ਹੀ ਮਾਣ ਹੈ ਤੇ ਫਿਰ ਉਹਨਾਂ ਦਾ ਮਾਣ ਰੱਖ ਲਓ। ਸਰਦਾਰ ਸਾਹਿਬ, ਲੜਾਈ ਇਸੇ ਗੱਲ ਦੀ ਨਾ ਕਿ ਜਿਹੜੀ ਇਮੇਜ ਬਣ ਗਈ ਜੀ, ਉਹ ਇਮੇਜ ਬਣ ਗਈ ਫੰਨੇ ਖਾਂ ਵਾਲੀ। ਨਹੀਂ, ਇਮੇਜ ਕੋਈ ਨਹੀਂ ਬਣੀ। ਦੇਖੋ, ਤੁਹਾਡੇ ਸਾਹਮਣੇ ਅਮਰੀਕਾ ਦਾ ਇਤਿਹਾਸ ਹੈ। ਇੱਕ ਰਾਸ਼ਟਰਪਤੀ ਦੋ ਵਾਰ ਉਹਦੇ ਖਿਲਾਫ ਬੇਵਿਸ਼ਵਾਸੀ ਦਾ ਮਤਾ, ਇੰਪੀਚ ਹੋਣ ਦੇ ਹਾਲਾਤ ਬਣੇ, ਠੀਕ ਹੈ। ਔਰ ਆਖਰੀ ਵਕਤ ਐਸਾ ਆਇਆ ਕਿ ਜੋ ਉੱਥੋਂ ਦੇ ਨਿਯਮ ਕਹਿੰਦੇ ਸੀ ਕਿ ਨਵਾਂ ਰਾਸ਼ਟਰਪਤੀ ਜਦੋਂ ਚੁਣਿਆ ਜਾਂਦਾ, ਉਹਨੂੰ ਬਕਾਇਦਾ ਆਪਣੀ ਕੁਰਸੀ ਦੇ ਕੇ ਜਾਂਦਾ ਕਿ ਲੈ ਭਰਾ, ਜੋ ਪਰੰਪਰਾ ਹੈ। ਲੇਕਿਨ ਉਹ ਉਹਦੇ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਤੋਂ ਬਾਹਰ ਹੋ ਜਾਂਦਾ ਜੀ। ਸੋ ਲੋਕਾਂ ਦਾ ਤੇ ਉਹ ਵੀ ਨੁਮਾਇੰਦਾ ਸੀ। ਮੈਂ ਸਰਦਾਰ ਸੋ ਇਹ ਨਹੀਂ ਹੈ, ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਮੇਰਾ ਵੀ ਮਤ ਉਹੀ ਸੀ, ਰਾਏ ਉਹੀ ਹੈ ਕਿ ਅਸੀਂ ਗਲਤਫਹਿਮੀ ਪਾੜ ਲਈ ਕਿ ਅਸੀਂ ਵਕਤ ਤੋਂ ਉੱਤੇ ਹੋ ਗਏ। ਬਿਲਕੁਲ, ਅਸੀਂ ਇਹ ਭੁੱਲ ਗਏ ਕਿ ਇਤਿਹਾਸ ਗਵਾਹ ਕਿ ਇੱਥੇ ਬੈਠ ਕੋਈ ਨਹੀਂ ਰਿਹਾ। ਬਿਲਕੁਲ ਸਹੀ ਗੱਲ। ਦੂਜੀ ਗੱਲ, ਵੱਡੇ ਤੋਂ ਵੱਡੇ ਸ਼ਾਸਕ ਤੇ ਵੱਡੀਆਂ ਤੋਂ ਵੱਡੀਆਂ ਸਲਤਨਤਾਂ ਜਿਹੜੀਆਂ ਨੇਸਤੋ ਨਬੂਦ ਹੋਈਆਂ, ਢਾਈਆਂ। ਬਿਲਕੁਲ ਸਹੀ ਗੱਲ। ਅਖੀਰ ਜਿੰਨੇ ਪੈਦਾ ਹੋਣਾ ਉਹਨੇ ਬਿਨਸਨਾਵੀ। ਬਿਲਕੁਲ ਸਹੀ ਗੱਲ। ਜੇ ਟਰੰਪ ਜਿਹੜਾ ਵਾ ਉਹ 4 ਸੂਟਕੇਸਾਂ ਨਾਲ ਚੜ ਕੇ ਫਲੋਰੀਡਾ ਨੂੰ ਉੱਡ ਜਾਂਦਾ ਤੇ ਆਖਰ ਇੱਥੇ ਇੰਦਰਾ ਗਾਂਧੀ ਵੀ ਹੈ ਨਹੀਂ। ਬਿਲਕੁਲ ਸਹੀ ਗੱਲ। ਤੇ ਇੱਥੇ ਜਵਾਹਰ ਲਾਲ ਨਹਿਰੂ ਵੀ ਨਹੀਂ ਰਹੇ, ਕੋਈ ਵੀ ਨਹੀਂ ਰਿਹਾ। ਠੀਕ ਹੈ ਜੀ। ਸੋ ਅੱਜ ਸਵਾਲ ਇਹ ਆ ਕਿ ਜਿਹੜੀ ਇਹ ਗਵਰਨਮੈਂਟ ਤੇ ਆਪਣੀ ਕਿਸਾਨੀ ਦੀ ਲੜਾਈ ਆ, ਇਹਦੇ ਵਿੱਚ ਜੇ ਘੱਟੋ ਘੱਟ ਲੋਕਾਂ ਦੀ ਗੱਲ ਸੁਣਨੀ ਹੋਵੇ ਤੇ ਸਰਕਾਰ ਨੂੰ 2 ਕਦਮ ਹੋਰ ਅੱਗੇ ਵਧਣਾ ਚਾਹੀਦਾ। ਬਿਲਕੁਲ। ਔਰ ਨਾਲ ਦੀ ਨਾਲ ਕਿਸਾਨ ਆਗੂਆਂ ਨੂੰ ਵੀ ਕੁਝ ਡਰ ਲਾ ਦੇਣੇ ਚਾਹੀਦੇ ਆ। ਜਿੱਥੇ ਨੈਗੋਸੀਏਸ਼ਨ ਦੀ ਲੋੜ ਪਵੇ ਉੱਥੇ ਕਰਨੀ ਚਾਹੀਦੀ ਆ। ਔਰ ਜੇ ਇਹ ਆਪਸ ਵਿੱਚ ਹੀ ਗੱਲ ਕਰਦੇ ਪਏ ਨੇ, ਅੰਦਰ ਵੜ ਕੇ ਗੱਲ ਕਰਦੇ ਪਏ ਨੇ, ਮਾਫ ਕਰਨਾ, ਇਹਨਾਂ ਨੂੰ ਵਾਰ-ਵਾਰ ਜਿਹੜਾ ਇਹਨਾਂ ਦਾ ਉੱਥੇ ਮੰਚ ਆ, ਕੇਂਦਰੀ ਮੰਚ ਆ, ਉਹਦੇ ਉੱਤੇ ਸਾਰਿਆਂ ਨੂੰ ਇੱਕ ਜਗ੍ਹਾ ਤੇ ਆ ਜਾਣਾ ਚਾਹੀਦਾ ਜੀ। ਔਰ ਲੋਕਾਂ ਨੂੰ ਬਕਾਇਦਾ ਦੱਸਣਾ ਚਾਹੀਦਾ ਕਿ ਭਾਈ ਹੁਣ ਦੱਸੋ ਤੁਸੀਂ ਕੀ ਚਾਹੁੰਦੇ ਹੋ, ਫਿਰ ਸਪਸ਼ਟ ਕਰ ਦੇਣ। ਬਿਲਕੁਲ। ਕਿਉਂਕਿ ਅਜੇ ਜੋ ਕੁਝ ਕਿਸਾਨ ਆਗੂਆਂ ਦਾ ਤੁਹਾਡੇ ਸਾਹਮਣੇ ਜੋ ਵੀ ਬਿਆਨ ਆ ਰਹੇ ਨੇ, ਉਹ ਮੀਡੀਆ ਦੇ ਹਵਾਲੇ ਨਾਲ ਆ ਰਹੇ ਨੇ। ਕੋਈ ਇੱਕ ਲਾਈਨ ਆ ਰਹੀ, ਕੋਈ 2 ਆ ਰਹੀਆਂ, ਕਿ ਕੋਈ ਆਗੂ ਜਿਹੜਾ ਉਹਦਾ ਕਦੀ ਜ਼ਿਕਰ ਹੀ ਨਹੀਂ ਸੁਣਿਆ ਸੀ ਅਜੇ। ਨਹੀਂ ਸਰਦਾਰ ਜੀ, ਉਹਦਾ ਵੀ ਕਾਰਨ ਹੈ ਨਾ ਜੀ, ਕਿਉਂਕਿ ਇਹ ਮੂਵਮੈਂਟ ਬਣੀ ਮੀਡੀਆ ਕਰਕੇ, ਸੋਸ਼ਲ ਮੀਡੀਆ ਕਰਕੇ। ਕਿਸਾਨੀ ਆਗੂਆਂ ਨੂੰ ਪਤਾ ਹੈ, ਉਹਨਾਂ ਨੂੰ ਇਗਨੋਰ ਕੀਤੇ ਬਿਨਾਂ ਸਰਨਾ ਨਹੀਂ। ਪਰ ਜਿਵੇਂ ਅੱਜ ਕੱਲ੍ਹ ਇਹ ਕਰ ਰਹੇ ਆ ਕਿ ਉੱਥੋਂ ਨਿਕਲਣ ਤੋਂ ਪਹਿਲਾਂ ਆਪਣੇ ਕਿਸਾਨ ਡਿਜੀਟਲ ਮੋਰਚੇ ਤੋਂ ਗੱਲਾਂ ਬਾਤਾਂ ਕਹਿ ਲੈਂਦੇ, ਲੇਕਿਨ ਉਸ ਤੋਂ ਵੀ ਅਗਲੀ ਗੱਲ ਕਿ ਜਿੱਥੇ ਮਤਭੇਦ ਨੇ
ਮਨਭੇਦ ਨਹੀਂ, ਮਤਭੇਦ, ਮਤਭੇਦ। ਵਿਚਾਰ ਭੇਦ, ਬਿਲਕੁਲ ਉਹਨਾਂ ਨੂੰ ਤੁਸੀਂ ਪਬਲਿਕ ਨਾ ਕਰੋ। ਤੁਸੀਂ ਤੀਜੀ ਗੱਲ, ਵਿਚਾਰਧਾਰਕ ਵਖਰੇਵੇਂ ਤੇ ਦੂਰ, ਜੇ ਤੁਹਾਡੇ ਅੰਦਰ ਕੋਈ ਮਨ ਦੇ ਅੰਦਰ ਕੋਈ ਐਸਾ ਸ਼ੰਕਾ ਪ੍ਰਗਟ ਹੋ ਗਈ ਆ, ਅਸੀਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਕਿ ਭਾਈ ਤੰਬੂ ਦੇ ਅੰਦਰ ਬੈਠ ਕੇ ਆਪਸ ਵਿੱਚ ਹੀ ਰੁੱਸੇ ਕੱਢ ਲਓ। ਜੀ ਜੀ ਬਿਲਕੁਲ। ਲੇਕਿਨ ਇਹ ਬਾਰ-ਬਾਰ ਅਸੀਂ ਕਹਿ ਰਹੇ ਕਿ ਜ਼ਰੂਰ ਕਰੋ ਕਿ ਇੱਕ ਆਵਾਜ਼ ਹੋ ਕੇ ਗੱਲ ਕਰੋ, ਇੱਕ ਆਵਾਜ਼ ਹੋ ਕੇ ਹੁਣ ਗੱਲ। ਵੇਖਣਾ ਇਹ ਹੋਊਗਾ ਬਿਲਕੁਲ ਕਿ ਹਰਿਆਣਾ ਸੰਯੁਕਤ ਕਿਸਾਨ ਮੋਰਚਾ ਜੀ ਤੇ ਇਹ ਨਵੀਂ ਜਿਹੜੀ ਕਵਾਇਦ ਸ਼ੁਰੂ ਹੋਈ ਆ, ਜੀ ਇਹਦੇ ਚ ਤਾਲਮੇਲ ਕਿਵੇਂ ਬਣਦਾ ਹੈ, ਬਿਲਕੁਲ ਇਹ ਕਿਵੇਂ ਅੱਗੇ ਤੁਰਦਾ ਹੈ। ਜੀ। ਹਾਲਾਂਕਿ ਜਦੋਂ ਤੱਕ ਇਹ ਪ੍ਰੋਗਰਾਮ ਮੇਰੇ ਖਿਆਲ ਔਨ 에ਅਰ ਹੋਊਗਾ, ਜੀ। ਉਦੋਂ ਤੱਕ ਹੋ ਸਕਦਾ ਕਿ ਚੜੋਣੀ ਸਾਹਿਬ ਕੋਈ ਸਟੇਟਮੈਂਟ ਹਾਂ ਜਾਰੀ ਕਰ ਚੁੱਕੇ ਸਟੇਟਮੈਂਟ ਦੇ ਦੇਣ, ਕੋਈ ਸਾਹਮਣੇ ਉਹ ਰਿਐਕਸ਼ਨ ਆ ਜਾਵੇ। ਤੇ ਦੂਜੇ ਬੰਨੇ ਹੋ ਸਕਦਾ ਕਿ ਕਿਸਾਨ ਜਥੇਬੰਦੀਆਂ ਦੀ ਬਾਕੀ ਪ੍ਰੈਸ ਕਾਨਫਰੰਸ ਇਹ ਆ ਹੋਵੇ। ਕਿ ਕੱਲ 22 ਦੀ ਜਿਹੜੀ ਮੀਟਿੰਗ ਆ ਕਿਸਾਨਾਂ ਦੇ ਦਰਮਿਆਨ, ਇੱਕ ਆਸ ਨਾਲ ਜਾਣਾ ਚਾਹੀਦਾ। ਜੀ ਦੇਖੋ ਕਹਿੰਦੇ ਕਿ ਜਿੱਥੇ ਬੰਦੇ ਦੀ ਤਾਕਤ ਖਤਮ ਹੋ ਜੇ, ਉੱਥੇ ਅਰਦਾਸ ਜਿਹੜੀ ਆ ਉਹ ਜ਼ਰੂਰੀ ਆ। ਕੁਦਰਤ ਤਾਕਤਵਰ ਹੈ, ਕੁਦਰਤ ਦੇ ਹਾਂ ਉੱਥੇ ਵੀਟੋ ਕਰ ਜਾਂਦੀ। ਬਿਲਕੁਲ ਕੁਝ ਫੈਸਲੇ ਕੁਝ ਸਕਿੰਟਾਂ ਲਈ ਅਗਰ ਕੁਦਰਤ ਤੇ ਵੀ ਛੱਡ ਦਿੱਤੇ ਜਾਣ ਤੇ ਸ਼ਾਇਦ ਫੈਸਲਾ ਜਿਹੜਾ ਇਹ ਤੋਂ ਬਹੁਤ ਬਿਹਤਰ ਹੋਵੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।